ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਲਗੀਧਰ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਖੰਡੇ ਦੀ ਪਾਹੁਲ ਦੇ ਬਾਰੇ, ਅੰਮ੍ਰਿਤ ਸੰਚਾਰ ਬਾਰੇ, ਗੁਰਬਾਣੀ ਦੀ ਪਾਰਸ ਕਲਾ ਬਾਰੇ, ਗੁਰਬਾਣੀ ਦੀ ਔਸ਼ਧੀ ਰੂਪੀ ਸ਼ਕਤੀ ਜਿਹਦੇ ਨਾਲ ਬਿਮਾਰੀਆਂ ਉੜ ਜਾਂਦੀਆਂ ਨੇ, ਜਲ ਦੇ ਉੱਤੇ ਗੁਰਬਾਣੀ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਆਪ ਜੀ ਨੂੰ ਸਾਇੰਸ ਅਤੇ ਗੁਰਬਾਣੀ ਅਤੇ ਗੁਰ ਇਤਿਹਾਸ ਵਿੱਚੋਂ ਉਦਾਹਰਨਾਂ ਦੇ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ। ਅੱਜ-ਕੱਲ੍ਹ ਕਈ ਲੋਕ ਹੀ ਪੁੱਛਦੇ ਨੇ ਕਿ ਗੁਰਬਾਣੀ ਨੂੰ ਜਦ ਆਪਾਂ ਪੜ੍ਹਦੇ ਹਾਂ ਤੇ ਉਹਦਾ ਜਲ ਦੇ ਉੱਤੇ ਕੀ ਪ੍ਰਭਾਵ ਹੁੰਦਾ ਹੈ, ਕਿਉਂਕਿ ਅਕਸਰ ਕਈ ਗੁਰਮੁਖ ਕਹਿੰਦੇ ਨੇ ਕਿ ਜਦ ਤੁਸੀਂ ਬਾਣੀ ਪੜ੍ਹਨੀ ਹੈ ਕੋਲ ਜਲ ਰੱਖ ਲਿਆ ਕਰੋ, ਉਸ ਜਲ ਨੂੰ ਬਾਅਦ ਵਿੱਚ ਛਕ ਲਿਆ ਕਰੋ। ਅਸੀਂ ਵੀ ਇਹੀ ਮੰਨਦੇ ਹਾਂ ਕਿ ਜਦ ਵੀ ਅਸੀਂ ਲੰਗਰ ਪ੍ਰਸ਼ਾਦਾ ਬਣਾਉਂਦੇ ਹਾਂ, ਜਦ ਵੀ ਅਸੀਂ ਆਟਾ ਗੁੰਨਦੇ ਹਾਂ, ਉਸ ਵੇਲੇ ਆਪਾਂ ਗੁਰਬਾਣੀ ਦਾ ਹੀ ਜਾਪ ਕਰਦੇ ਰਹੀਏ, ਉਸ ਵੇਲੇ ਆਪਾਂ ਗੱਲਾਂ ਨਾ ਕਰੀਏ, ਕਿਉਂਕਿ ਜੈਸਾ ਅੰਨ ਤੈਸਾ ਮਨ। ਸਾਡਾ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਗਾਉਣ ਦਾ ਪ੍ਰਸ਼ਾਦੇ ਜਲ ਪਾਣੀ ਦੇ ਉੱਤੇ ਵੀ ਅਸਰ ਪੈਂਦਾ ਹੈ ਤੇ ਇਹ ਸਾਤਵਿਕ ਪ੍ਰਭਾਵ ਸਾਡੇ ਮਨ ਉੱਤੇ ਵੀ ਜਾ ਕੇ ਪੈਂਦਾ ਹੈ। ਖੈਰ, ਆਪਾਂ ਗੱਲ ਕਰੀਏ ਉਹਨਾਂ ਸ਼ੰਕਾਵਾਦੀ ਪ੍ਰਚਾਰਕਾਂ ਬਾਰੇ ਜਿਹੜੇ ਹਰ ਵਾਰੀ ਗੁਰਮਤ ਦੇ ਕਿਸੇ ਨਾ ਕਿਸੇ ਅਸੂਲ ਉੱਤੇ ਕਟਾਕਸ਼ ਕਰਦੇ ਨੇ। ਆਓ ਤੁਹਾਨੂੰ ਇੱਕ ਵੀਡੀਓ ਸੁਣਾਈਏ। ਮੈਨੂੰ ਸਬੂਤ ਲਿਆ ਕੇ ਦੇ ਵੀ ਅੰਮ੍ਰਿਤ ਸੰਚਾਰ ਦੇ ਵਿਰੁੱਧ ਮੈਂ ਅੱਜ ਤੱਕ ਕੋਈ ਸਟੇਟਮੈਂਟ ਦਿੱਤੀ ਹੋਵੇ ਤਾਂ। ਜੇ ਹੁਣ ਕੋਈ ਬਾਬਾ ਕਵੇ ਵੀ ਕੋਲ ਰੱਖ ਲਓ ਪਾਣੀ ਤੇ 5 ਬਾਣੀਆਂ ਦਾ ਪਾਠ ਕਰੋ ਤੇ ਮੁੜ ਕੇ ਪਾਣੀ ਪੀ ਲਓ, ਉਹਨੂੰ ਪੁੱਛੇ ਵੀ ਬਾਬਾ ਪਾਣੀ ਤੇ ਸਾਡੇ ਵਿੱਚ ਪਹਿਲੇ ਹੈ, ਜੇ ਪਾਠ ਕਰਨਾ ਤੇ ਪਾਣੀ ਤੇ, ਜੇ ਇਹੋ ਜਿਹੀਆਂ ਗੱਲਾਂ ਕੋਈ ਵੀ ਗੱਲ ਜਿਹਦੇ ਤੇ ਸੈਂਸ ਹੀ ਨਾ ਬਣੇ ਕੋਈ ਵੀ, ਇਹਦਾ ਕੀ ਅਰਥ ਹੈ ਕਿ ਪਾਣੀ ਜਿਹੜਾ ਆ ਉਹ ਅੱਗੇ ਰੱਖ ਲਓ, ਪਾਣੀ ਪਵਿੱਤਰ ਹੋ ਗਿਆ, ਜਾਂ ਪਾਠ ਚੱਲਦਾ ਪਾਠ ਕੋਲ ਪਾਣੀ ਰੱਖ ਦਿਓ ਤੇ ਮੁੜ ਕੇ ਪਾਣੀ ਪੀ ਲਓ, ਏਦਾਂ ਥੋੜਾ ਹੁੰਦਾ ਹੈ। ਸੋ ਗੁਰੂ ਪਿਆਰਿਓ, ਆਪ ਜੀ ਨੇ ਸੁਣ ਲਿਆ ਕਿਸ ਪ੍ਰਕਾਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਾਣੀ ਦੀ ਸ਼ਕਤੀ ਜਿਹੜੀ ਪਾਣੀ ਦੇ ਉੱਤੇ ਪੈਂਦੀ ਹੈ ਉਹਨੂੰ ਨਹੀਂ ਮੰਨਦੇ ਤੇ ਉਹਨੂੰ ਨੌਨਸੈਂਸ ਕਹਿੰਦੇ ਨੇ, ਤੇ ਉਹਨਾਂ ਦੇ ਮੁਤਾਬਿਕ ਸਾਡੀ ਬਾਡੀ ਦੇ ਅੰਦਰ ਆਲਰੇਡੀ ਪਾਣੀ ਹੈਗਾ ਤੇ ਸਾਨੂੰ ਫਿਰ ਪਾਣੀ ਦੇ ਉੱਤੇ ਪੜਨ ਦੀ ਕੀ ਲੋੜ ਹੈ। ਤੇ ਮੈਂ ਪਿਆਰੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਪਾਣੀ ਸਾਡੇ ਅੰਦਰ ਹੀ ਹੈ ਤੇ ਇਸ਼ਨਾਨ ਕਰਨ ਵੇਲੇ ਤੁਸੀਂ ਅੰਦਰੋਂ ਪਾਣੀ ਕੱਢ ਕੇ ਕਿਉਂ ਨਹੀਂ ਇਸ਼ਨਾਨ ਕਰ ਲੈਂਦੇ, ਬਾਥਰੂਮ ਜਾ ਕੇ ਕਿਉਂ ਪਾਣੀ ਲੈਂਦੇ ਹੋ ਜੇ ਪਾਣੀ ਅੰਦਰ ਹੀ ਬੈਠਾ ਹੈ ਤਾਂ? ਬੜੀ ਸਿੰਪਲ ਜੀ ਗੱਲ ਹੈ। ਖੈਰ, ਆਪਣਾ ਅੱਜ ਦਾ ਵਿਸ਼ਾ ਇਹ ਨਹੀਂ ਹੈ। ਅੱਜ ਆਪਾਂ ਤੁਹਾਨੂੰ ਸਾਇੰਸ ਦੇ ਹਵਾਲਿਆਂ ਨਾਲ ਦਿਖਾਵਾਂਗੇ ਕਿਸ ਪ੍ਰਕਾਰ ਇੱਕ ਪ੍ਰੇਅਰ ਕਰਨ ਨਾਲ, ਚੰਗੀ ਗੱਲਾਂ ਕਰਨ ਨਾਲ ਉਹਦਾ ਪਾਣੀ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਤੇ ਜੇ ਪਾਣੀ ਦੇ ਲਾਗੇ ਛਾਗੇ ਬੈਠ ਕੇ ਗੰਦੀਆਂ ਗੱਲਾਂ ਕੀਤੀਆਂ ਜਾਣ, ਮਾੜੇ ਬੋਲ ਬੋਲੇ ਜਾਣ ਤੇ ਉਹਦਾ ਕੀ ਦੁਸ਼ਪ੍ਰਭਾਵ ਪੈਂਦਾ ਹੈ। ਜਾਪਾਨ ਦੇ ਇੱਕ ਰਿਸਰਚਰ ਨੇ ਜਿਹਦਾ ਨਾਮ ਮੈਸਾਰੋ ਇਮੋਟੋ ਹੈ, ਉਹਦੇ ਰਿਸਰਚ ਦੇ ਥਰੂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ। ਇੱਕ ਪਹਿਲੀ ਵੀਡੀਓ ਜਿਹੜੀ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਚਾਵਲ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ। 3 ਡੱਬਿਆਂ ਵਿੱਚ ਚਾਵਲ ਲਏ ਗਏ, ਇੱਕ ਡੱਬੇ ਦੇ ਅੰਦਰ ਐਰੀਗੈਟੋ ਬੋਲਿਆ ਗਿਆ, ਦੂਜੇ ਡੱਬੇ ਨੂੰ ਬਾਕਾਮੋਨੋ ਬੋਲਿਆ ਗਿਆ ਤੇ ਤੀਜੇ ਡੱਬੇ ਵਿੱਚ ਕੁਝ ਨਹੀਂ ਬੋਲਿਆ ਗਿਆ। ਐਰੀਗੈਟੋ ਦਾ ਭਾਵ ਹੁੰਦਾ ਹੈ ਥੈਂਕ ਯੂ, ਕਿਉਂਕਿ ਦਾਸ ਨੇ ਜੈਪਨੀਜ਼ ਦੀ 1 ਸਾਲ ਪੜ੍ਹੀ ਹੈ ਤੇ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦ ਤੁਸੀਂ ਥੈਂਕ ਯੂ ਬੋਲਣਾ ਹੈ ਤਾਂ ਐਰੀਗੈਟੋ ਗੁਜ਼ਾਇਮਾਸ ਇਸ ਤਰ੍ਹਾਂ ਕਰਕੇ ਬੋਲਣਾ ਹੈ। ਤੇ ਜੇ ਇਡੀਅਟ ਬੋਲਣਾ ਹੈ, ਵੈਸੇ ਤਾਂ ਬੋਲਣਾ ਹੀ ਨਹੀਂ ਹੈ, ਪਰ ਇਡੀਅਟ ਦਾ ਦੱਸਿਆ ਸੀਗਾ ਕਿ ਜੈਪਨੀਜ਼ ਵਿੱਚ ਕਹਿੰਦੇ ਨੇ ਬਾਕਾ। ਸੋ ਉਹ ਜਿਹੜਾ ਰਿਸਰਚਰ ਹੈ ਉਸਨੇ ਚਾਵਲ ਵਿੱਚ ਪਾਣੀ ਪਾ ਕੇ 30 ਦਿਨ ਤੱਕ ਲਗਾਤਾਰ ਉਹਦੇ ਵਿੱਚ ਇੱਕ ਡੱਬੇ ਵਿੱਚ ਚੰਗੀਆਂ ਗੱਲਾਂ ਥੈਂਕ ਯੂ ਬੋਲੀ, ਇੱਕ ਵਿੱਚ ਉਹਨੇ ਕਿਹਾ ਯੂ ਆਰ ਐਨ ਇਡੀਅਟ, ਤੂੰ ਬੇਕਾਰ ਹੈ, ਤੇ ਤੀਜੇ ਵਾਲੇ ਵਿੱਚ ਕੁਝ ਨਹੀਂ ਬੋਲਿਆ। ਤੇ ਉਹਨੇ ਜਦ ਰਿਸਰਚ ਕੀਤਾ ਤੇ ਉਹਨੇ ਦੇਖਿਆ ਕਿ ਪਹਿਲਾ ਡੱਬਾ ਜਿਹੜਾ ਸੀਗਾ ਉਹਦੇ ਵਿੱਚ ਚਾਵਲ ਫਰਮੈਂਟ ਹੋਣ ਲੱਗ ਪਏ ਨੇ, ਦੂਜੇ ਡੱਬੇ ਵਿੱਚ ਚਾਵਲ ਸੜ ਗਏ ਨੇ ਤੇ ਤੀਜੇ ਵਿੱਚ ਖਰਾਬ ਹੋਣੇ ਸ਼ੁਰੂ ਹੋ ਗਏ ਨੇ। ਆਓ ਤੁਹਾਨੂੰ ਵੀਡੀਓ ਦਿਖਾਈਏ ਤੇ ਫਿਰ ਆਪਾਂ ਗੱਲ ਕਰਾਂਗੇ। Water has memory. Dr. Emoto conducted another groundbreaking experiment. He placed rice into 3 glass beakers and covered it with water. And then every day for a month he said thank you to 1 beaker. You're an idiot to the second. And the third one he completely ignored. After 1 month, the rice that had been thanked began to ferment, giving off a strong, pleasant aroma. The rice in the second beaker turned black. And the rice that was ignored began to rot. Dr. Emoto feels that this experiment provides an important lesson, especially with regard to how we treat children. In this experiment, Dr. Emoto's researchers used a glass of Tokyo tap water, which seems to be unable to form crystals, and performed a test. Participants placed the glass in the center of their circle and sent gratitude to the water. Studying the water under the microscope, they started to see a crystal formation.
increased magnification showed the symmetry of the crystal, revealing how the tap water was transformed by the gratitude sent by the group. The crystal continued to grow, expressing the energies received. The tap water from Tokyo finally produced a beautiful crystal. It was interesting to see children so completely astonished after they witnessed the difference in Tokyo tap water, before and after they sent the prayer. Their mothers were kind of skeptical before this experiment. But afterwards, they said, "We really have to believe it." ਸੋ ਗੁਰੂ ਪਿਆਰਿਓ, ਪਾਣੀ ਵੀ ਸਾਡੇ ਬੋਲਾਂ ਦਾ, ਸਾਡੀ ਸੋਚ ਦਾ ਅਸਰ ਕਬੂਲਦਾ ਹੈ। ਸੋ ਜਦ ਵੀ ਅਸੀਂ ਜਲ ਛਕੀਏ, ਪ੍ਰਸ਼ਾਦਾ ਬਣਾਈਏ ਤੇ ਗੁਰਬਾਣੀ ਹੀ ਪੜ੍ਹਦੇ ਹੋਈਏ, ਗੱਲਾਂ ਨਾ ਕਰਦੇ ਹੋਈਏ। ਸੋ ਗੁਰੂ ਪਿਆਰਿਓ, ਆਓ ਤੁਹਾਨੂੰ ਦਿਖਾਈਏ ਕਿ ਕਿਸ ਪ੍ਰਕਾਰ ਅਗਰ ਗੁਰਸਿੱਖ ਜਲ ਦੇ ਉੱਤੇ ਬਾਣੀ ਪੜ੍ਹਨ ਤੇ ਉਹਨੂੰ ਛਕਣ ਤੇ ਉਹਦਾ ਸਰੀਰ ਦੇ ਉੱਤੇ ਕੀ ਅਸਰ ਹੁੰਦਾ ਹੈ। ਸੋ ਗੁਰੂ ਪਿਆਰਿਓ, ਇਹ ਸਾਖੀ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ। ਇਹ ਉਹਨਾਂ ਦੀ ਪੁਸਤਕ ਸੇ ਕਿਨੇਹਿਆ ਵਿੱਚ ਲਿਖੀ ਹੋਈ ਹੈ। ਇਹਦੇ ਵਿੱਚ ਉਹ ਲਿਖਦੇ ਨੇ ਕਿ ਇੱਕ ਵਾਰੀ ਸੇਵਾ ਸਿੰਘ ਜੀ, ਜਿਹੜੇ ਹੁਣ ਰਾਮਪੁਰ ਖੇੜੇ ਗੁਰਦੁਆਰੇ ਸਾਹਿਬ ਦੀ ਸੇਵਾ ਸੰਭਾਲ ਕਰਦੇ ਨੇ, ਉਹਨਾਂ ਨੂੰ 1960 ਵਿੱਚ ਟਾਈਫਾਇਡ ਹੋ ਗਿਆ। ਡਾਕਟਰਾਂ ਨੂੰ ਵੀ ਦਿਖਾਇਆ, ਡਾਕਟਰਾਂ ਨੇ ਦਵਾਈ ਵੀ ਦਿੱਤੀਆਂ, ਸਾਰੀ ਪਰਹੇਜ਼ ਵੀ ਰੱਖੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਹਨਾਂ ਨੇ ਪ੍ਰਸ਼ਾਦਾ ਪਾਣੀ ਵੀ ਬੰਦ ਕੀਤਾ ਹੋਇਆ ਸੀ, ਜਿਸ ਕਰਕੇ ਉਹਨਾਂ ਦੀ ਤਬੀਅਤ ਕਮਜ਼ੋਰ ਹੋਦੀ ਪਈ ਸੀਗੀ। ਤੇ ਬਾਬਾ ਜੀ ਇੱਕ ਹਫ਼ਤੇ ਵਾਸਤੇ ਗੁਰਦੁਆਰੇ ਸਾਹਿਬ ਤੋਂ ਬਾਹਰ ਗਏ ਹੋਏ ਸੀਗੇ। ਜਦ ਵਾਪਸ ਆਏ ਤੇ ਉਹਨਾਂ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ, ਤੇ ਉਹਨਾਂ ਨੇ ਕਿਹਾ ਕਿ ਇਸ ਪ੍ਰਕਾਰ ਟਾਈਫਾਇਡ ਹੋਇਆ ਹੈ ਤੇ ਸਾਰੀ ਵਿਅਥਾ ਸੁਣਾਈ। ਤੇ ਬਾਬਾ ਜੀ ਨੇ ਕਿਹਾ ਹੁਣ ਦਵਾਈਆਂ ਖਾਣ ਦੀ ਲੋੜ ਨਹੀਂ ਹੈ, ਤੈਨੂੰ ਠੀਕ ਕਰ ਦੇਣਾ ਆ। ਸੋ ਸੇਵਾ ਸਿੰਘ ਜੀ ਨੂੰ ਵੀ ਹੌਸਲਾ ਹੋ ਗਿਆ ਕਿ ਹੁਣ ਬਾਬਾ ਜੀ ਆ ਗਏ ਨੇ ਤੇ ਹੁਣ ਮੈਂ ਜ਼ਰੂਰ ਠੀਕ ਹੋ ਜਾਣਾ ਹੈ। ਤੇ ਬਾਬਾ ਜੀ ਨੇ ਆਪਣੇ ਪ੍ਰੇਮੀਆਂ ਨੂੰ ਕਿਹਾ, ਪ੍ਰੇਮੀਆਂ ਸਰਬਲੋ ਦਾ ਬਾਟਾ ਲੈ ਆਵੀਂ। ਸੋ ਇਸ ਪ੍ਰਕਾਰ ਉਹ ਬਾਟਾ ਲੈ ਆਏ ਤੇ ਬਾਬਾ ਜੀ ਨੇ ਉਹਦੇ ਵਿੱਚ ਜਲ ਪਾ ਕੇ ਤੇ ਆਪਣੀ ਸ੍ਰੀ ਸਾਹਿਬ ਕੱਢੀ, ਸ੍ਰੀ ਸਾਹਿਬ ਨੂੰ ਇਸ਼ਨਾਨ ਕਰਾ ਕੇ ਉਹਦੇ ਵਿੱਚ ਫੇਰਨ ਲੱਗ ਪਏ ਤੇ ਨਾਲ ਦੇ ਨਾਲ 5 ਬਾਣੀਆਂ ਦਾ ਪਾਠ ਵੀ ਕਰਨ ਲੱਗ ਪਏ, ਜਿਸ ਪ੍ਰਕਾਰ ਅੰਮ੍ਰਿਤ ਸੰਚਾਰ ਵਿੱਚ ਹੁੰਦਾ ਹੈ। ਸੋ ਇਸ ਪ੍ਰਕਾਰ ਉਹਨਾਂ ਨੇ ਬਾਣੀ ਦਾ ਪਾਠ ਕੀਤਾ, ਗੁਰੂ ਸਾਹਿਬ ਨੂੰ ਅਰਦਾਸ ਕੀਤੀ ਤੇ ਉਹ ਜਲ ਸੇਵਾ ਸਿੰਘ ਜੀ ਨੂੰ ਛਕਾ ਦਿੱਤਾ। ਤੇ ਰਾਤੋਂ ਰਾਤ ਸੇਵਾ ਸਿੰਘ ਜੀ ਦਾ ਬੁਖਾਰ ਉਤਰ ਗਿਆ, ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਦ ਮੈਂ ਠੀਕ ਹੋ ਗਿਆ। ਸੋ ਇਸ ਪ੍ਰਕਾਰ ਤੁਸੀਂ ਉਹਨਾਂ ਦੀ ਪੁਸਤਕ ਸੇ ਕਿਨੇਹਿਆ ਵਿੱਚ ਵੀ ਪੜ੍ਹ ਸਕਦੇ ਹੋ। ਸੋ ਇਹ ਹੈ ਗੁਰਬਾਣੀ ਦੀ ਸ਼ਕਤੀ। ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਾਸੂ ਭਾਰਦਵਾਜ, ਜਿਹੜੇ USA ਦੇ ਸਾਇੰਟਿਸਟ ਸੀਗੇ, ਜਿਹੜੇ ਨਾਸਤਿਕ ਥੇ, ਰੱਬ ਵਿੱਚ ਵੀ ਵਿਸ਼ਵਾਸ ਨਹੀਂ ਕਰਦੇ ਸੀ, ਉਹਨਾਂ ਨੂੰ ਕੈਂਸਰ ਹੋ ਗਿਆ। ਡਾਕਟਰਾਂ ਨੇ ਵੀ ਕਹਿਤਾ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ 1 ਮਹੀਨੇ ਦਾ ਮਹਿਮਾਨ ਹੈ। ਉਹਨਾਂ ਦੇ ਦੋਸਤਾਂ ਯਾਰਾਂ ਨੇ ਕਿਹਾ ਕਿ ਦਰਬਾਰ ਸਾਹਿਬ ਚੱਲ, ਦਰਬਾਰ ਸਾਹਿਬ ਚੱਲ। ਉਹ ਨਹੀਂ, ਸਾਇੰਟਿਸਟ ਸੀਗਾ, ਮੰਨਦਾ ਨਹੀਂ ਸੀ, ਨਾਸਤਿਕ ਸੀ, ਪਰ ਆਪਣੇ ਪਰਿਵਾਰ ਦਾ ਦਿਲ ਰੱਖਣ ਵਾਸਤੇ ਉਹ ਮੰਨ ਗਿਆ ਤੇ ਦਰਬਾਰ ਸਾਹਿਬ ਅਖੰਡ ਪਾਠ ਸਾਹਿਬ ਕਰਵਾਇਆ। ਤੇ ਉਸ ਤੋਂ ਬਾਅਦ ਕੀ ਕੌਤਕ ਵਰਤਿਆ, ਕੀ ਕਰਿਸ਼ਮਾ ਵਰਤਿਆ, ਉਹ ਤਾਂ ਤੁਸੀਂ YouTube ਤੇ ਅਗਰ ਬਾਸੂ ਭਾਰਦਵਾਜ USA ਸਾਇੰਟਿਸਟ ਇਨ ਗੋਲਡਨ ਟੈਂਪਲ ਲਿਖੋਗੇ ਤੇ ਤੁਹਾਡੇ ਅੱਗੇ ਉਹ ਵੀਡੀਓ ਆ ਜਾਏਗੀ, ਜਿਹਦੇ ਵਿੱਚ ਉਹ ਖੁਦ ਬੋਲ ਰਿਹਾ ਹੈ ਕਿ ਕਿਸ ਪ੍ਰਕਾਰ ਮੈਂ ਨਾਸਤਿਕ ਸੀਗਾ, ਮੈਂ ਰੱਬ ਵਿੱਚ ਨਹੀਂ ਵਿਸ਼ਵਾਸ ਕਰਦਾ ਸੀਗਾ, ਪਰ ਦਰਬਾਰ ਸਾਹਿਬ ਮੇਰੀ ਅੱਖਾਂ ਅੱਗੇ ਜਿਹੜਾ ਕਰਿਸ਼ਮਾ ਹੋਇਆ, ਸਾਰਿਆਂ ਨੇ ਵੇਖਿਆ ਕਿ 4 ਬੰਦੇ ਮੈਨੂੰ ਚੁੱਕ ਕੇ ਦਰਬਾਰ ਸਾਹਿਬ ਲੈ ਕੇ ਆਏ ਸੀਗੇ, ਪਰ ਹੁਣ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਕਰ ਰਿਹਾ ਤੇ ਮੈਂ ਨਿਰੋਗ ਹੋ ਗਿਆ ਹਾਂ। ਇਸ ਪ੍ਰਕਾਰ ਤੁਸੀਂ ਉਹਨਾਂ ਦੀ ਵੀਡੀਓ ਵੀ ਵੇਖ ਸਕਦੇ ਹੋ। ਆਓ ਪਿਆਰਿਓ, ਹੁਣ ਆਪਾਂ ਗੱਲ ਕਰੀਏ ਕਲਗੀਧਰ ਪਿਤਾ ਜੀ ਬਖਸ਼ੀ ਹੋਈ ਸਭ ਤੋਂ ਅਮੁੱਲੀ ਦਾਤ, ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਜਿਹੜੀ ਹੈ, ਉਸ ਬਾਰੇ ਆਪਾਂ ਗੱਲ ਕਰਾਂਗੇ ਕਿ ਅੰਮ੍ਰਿਤ ਕੀ ਹੈ, ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਕਿਵੇਂ ਬਣਦਾ ਹੈ। ਸੋ ਇਸ ਪ੍ਰਥਾਏ ਇੱਕ ਪੁਸਤਕ ਹੈ ਅੰਮ੍ਰਿਤ ਕੀ ਹੈ, ਜਿਹੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਿਤ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ 16 ਸਾਲ ਜੇਲ੍ਹਾਂ ਵਿੱਚ ਕੱਟੀਆਂ, ਪੰਥ ਵਾਸਤੇ, ਦੇਸ਼ ਵਾਸਤੇ ਸੰਘਰਸ਼ ਕੀਤਾ, ਗੁਰਮਤ ਰਹਿਣੀ ਬਹਿਣੀ ਦੇ ਆਦਰਸ਼ ਸੀ। ਉਹਨਾਂ ਦਾ ਜੀਵਨ ਇੱਕ ਗੁਰਮੁਖ ਜੀਵਨ ਸੀਗਾ। ਜਦ ਇੱਕ ਵਾਰੀ ਉਹ ਆਂਧਰਾ ਪ੍ਰਦੇਸ਼ ਦੀ ਜੇਲ੍ਹ ਵਿੱਚ ਸੀਗੇ ਤੇ ਉੱਥੇ ਕੀ ਹੋਇਆ, ਉਹਦਾ ਮੈਂ ਤੁਹਾਨੂੰ ਵਿਅਥਾ ਪੜ੍ਹ ਕੇ ਸੁਣਾਉਂਦਾ ਹਾਂ। ਆਂਧਰਾ ਪ੍ਰਦੇਸ਼ ਦੀ ਰਾਜ ਮੰਦਰੀ ਜੇਲ੍ਹ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਉਹਨਾਂ ਦੇ ਗੁਰਮੁਖ ਸਾਥੀ ਗੁਰਬਾਣੀ ਦਾ 8 ਪਹਿਰ ਪਾਠ ਪ੍ਰਵਾਹ ਜਾਰੀ ਰੱਖਿਆ ਕਰਦੇ ਸਨ। ਇੱਕ ਦਿਨ ਭਾਈ ਕਰਤਾਰ ਸਿੰਘ ਜੀ ਕੈਨੇਡੀਅਨ ਦਾ ਪਾਠ ਸੁਣ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਕਿਹਾ, ਪ੍ਰੇਮ ਹੈ, ਵੈਰਾਗ ਹੈ, ਪਰ ਅਫਸੋਸ ਰਸ ਨਹੀਂ।
ਸੋ ਇਹਨਾਂ ਕਟਾਕਸ਼ ਭਰਿਆਂ ਵਚਨਾਂ ਨੇ ਭਾਈ ਕਰਤਾਰ ਸਿੰਘ ਦੇ ਮਨ ਵਿੱਚ ਇੱਕ ਅਜੀਬ ਵੇਦਨਾ ਜਗਾ ਦਿੱਤੀ। ਇਸ ਵੇਦਨਾ ਤੋਂ ਉਹਨਾਂ ਦੇ ਮਨ ਵਿੱਚ ਇਹ ਜਾਣਨ ਦੀ ਆਕਾਂਖਿਆ ਉੱਠੀ ਕਿ ਰਸ ਕੀ ਹੈ ਅਤੇ ਅੰਮ੍ਰਿਤ ਕੀ ਹੈ। ਇਸ ਕਾਂਡ ਵਿੱਚ ਭਾਈ ਕਰਤਾਰ ਸਿੰਘ ਨੇ ਆਪਣੀ ਦੁਵਿਧਾ ਵਿੱਚ ਘਿਰੇ ਮਨ ਦੀ ਅਵਸਥਾ ਪ੍ਰਗਟ ਕੀਤੀ ਹੈ। ਅੰਮ੍ਰਿਤ ਕਲਾ ਅਤੇ ਗੁਰਮਤ ਰਹੱਸਵਾਦ ਦੇ ਰਸ ਰੰਗਾਂ ਦੇ ਅਨੁਭਵ ਪ੍ਰਕਾਸ਼ ਬਾਰੇ ਜੋ ਵਿਚਾਰ ਗੋਸ਼ਟੀ ਉਹਨਾਂ ਦੀ ਭਾਈ ਸਾਹਿਬ ਜੀ ਨਾਲ ਹੋਈ, ਉਹ ਇਸ ਤੋਂ ਅਗਲੇ ਕਾਂਡਾਂ ਵਿੱਚ ਭਾਈ ਸਾਹਿਬ ਕਰਤਾਰ ਸਿੰਘ ਜੀ ਨੇ ਅੰਕਿਤ ਕੀਤੀ ਹੈ। ਸੋ ਇਹ ਪੁਸਤਕ ਅੰਮ੍ਰਿਤ ਕੀ ਹੈ ਤੁਸੀਂ ਪੜ੍ਹੋਗੇ ਤਾਂ ਬੜੀ ਰਹੱਸਵਾਦੀਆਂ ਗੱਲਾਂ ਆਪ ਜੀ ਨੂੰ ਸਮਝ ਲੱਗਣਗੀਆਂ। ਫਿਰ ਵੀ ਮੈਂ ਉਹਦੇ ਵਿੱਚੋਂ ਕੁਝ ਅੰਸ਼ ਆਪ ਜੀ ਨੂੰ ਦੱਸ ਰਿਹਾ ਹਾਂ। ਕਰਤਾਰ ਸਿੰਘ ਜੀ ਕੈਨੇਡੀਅਨ ਨੇ 4 ਸਵਾਲ ਪੁੱਛੇ ਕਿ ਅੰਮ੍ਰਿਤ ਰਸ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਪ੍ਰਾਪਤ ਹੋ ਸਕਦਾ ਹੈ? ਮੈਨੂੰ ਅੰਮ੍ਰਿਤ ਰਸ ਕਿਉਂ ਪ੍ਰਾਪਤ ਨਹੀਂ ਹੋਇਆ? ਕੀ ਕਮੀ ਰਹਿ ਗਈ? ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਨੂੰ ਰਸ ਨਹੀਂ ਲੱਭਾ? ਤੇ ਚੌਥਾ ਸਵਾਲ ਜਿਹੜਾ ਪੁੱਛਿਆ, ਮੈਂ ਰਸ ਲੱਭਣ ਵਾਸਤੇ ਕਿਹੜੇ ਸਾਧਨ ਕਰਾਂ? ਸੋ ਭਾਈ ਸਾਹਿਬ ਜੀ ਨੇ ਸਾਰੇ ਸਵਾਲਾਂ ਦਾ ਜਵਾਬ ਉਹਨਾਂ ਨੂੰ ਸਮਝਾਇਆ। ਸੋ ਅੰਮ੍ਰਿਤ ਛਕਾਉਣ ਦੀ ਗੁਰਮਤ ਵਿਧੀ ਦੇ 7 ਪੁਆਇੰਟਸ ਲਿਖੇ ਨੇ। ਮੈਂ ਤੁਹਾਨੂੰ 7ਵਾਂ ਪੁਆਇੰਟ ਜਿਹੜਾ ਅਖੀਰਲਾ ਪੁਆਇੰਟ ਹੈ ਉਹ ਪੜ੍ਹ ਕੇ ਸੁਣਾ ਰਿਹਾ ਹਾਂ। 5 ਗੁਰਬਾਣੀਆਂ ਦਾ ਪਾਠ, 5 ਪਿਆਰੇ ਇੱਕ ਇੱਕ ਬਾਣੀ ਦਾ ਪਾਠ ਵਾਰੀ ਸਿਰ ਕਰਦੇ ਹਨ। ਸਾਥ ਹੀ ਆਪੋ ਆਪਣੀ ਸੱਜੇ ਹੱਥ ਨਾਲ ਗੁਰਬਾਣੀ ਪੜਨ ਵਾਲਾ ਖੰਡੇ ਨੂੰ ਬਾਟੇ ਵਿੱਚ ਰਗੜਵਾ ਚਲਾਈ ਜਾਂਦਾ ਹੈ, ਜਿਸ ਰਗੜ ਨਾਲ ਬਿਜਲੀ ਪੈਦਾ ਹੁੰਦੀ ਹੈ, ਜੋ ਕਿ ਜਲ ਵਿੱਚ ਦੀ ਹੁੰਦੀ ਹੋਏ ਬਾਟੇ ਨੂੰ ਲਾਈਆਂ ਤਾਰਾਂ ਜੋ 5 ਪਿਆਰਿਆਂ ਦੇ ਹੱਥਾਂ ਦੁਆਰਾ 5 ਹੀ ਸੰਗਾਂ ਦੇ ਹਿਰਦੇ ਵਿੱਚ ਪੁੱਜਦੀ ਹੋਈ 10 ਹੀ ਅੱਖਾਂ ਵਿਚਲੀ ਜਲ ਉੱਤੇ ਨਿਗਾਹ ਜਮਾਉਣ ਕਰਕੇ ਬਾਟੇ ਵਿੱਚ ਮੈਸਮਰੇਜ਼ਮੀ ਤਾਕਤ ਭਰਦੀ ਹੈ। ਸਾਥ ਹੀ ਹਰ ਇੱਕ ਪਿਆਰੇ ਦਾ ਸੱਜਾ ਹੱਥ ਸਵਿਚ ਬਣ ਕੇ ਬਿਜਲੀ ਦੀ ਲਹਿਰ ਨੂੰ 5 ਹੀ ਹਿਰਦਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਤਾਬੇ 5 ਹੀ ਪਿਆਰਿਆਂ ਦੀ ਗੁਰ ਸ਼ਕਤੀ ਸਾਂਝੀ ਹੋ ਕੇ ਅੰਮ੍ਰਿਤ ਸ਼ਕਤੀ ਅਤੇ ਅੰਮ੍ਰਿਤ ਭੰਡਾਰ ਨੂੰ ਪੂਰਨ ਕਰਦੀ ਹੈ। ਅੰਮ੍ਰਿਤ ਅਭਿਲਾਖੀ ਸੱਜਣਾ ਦੀ ਅੰਮ੍ਰਿਤ ਪਾਤਰਤਾ ਅਤੇ ਭਾਵਨਾ ਅਨੁਸਾਰ ਨਾਮ ਰੰਗ ਚੜ੍ਹਦਾ ਹੈ। ਸਾਇੰਸਦਾਨਾਂ ਨੇ ਅੱਜਕੱਲ ਬਿਜਲੀ ਤੋਂ ਕੰਮ ਲੈਣ ਦੀਆਂ ਨਵੀਨ ਕਾਢਾਂ ਕੱਢੀਆਂ ਹਨ। ਰੂਹਾਂ ਤੇ ਇਲਮ ਵਾਲਿਆਂ ਨੇ ਮੈਸਮਰਿਜ਼ਮ ਰਾਹੀਂ ਰੂਹਾਂ ਨੂੰ ਸਦਣਾ ਆਦਿ ਤਰੀਕੇ ਕੱਢੇ ਹਨ। ਗੁਰੂ ਸਾਹਿਬ ਨੇ ਦੋਵੇਂ ਹੀ ਮਿਲਾ ਕੇ ਅੰਮ੍ਰਿਤ ਛਕਾਉਣ ਦਾ ਨਵਾਂ ਤਰੀਕਾ ਪ੍ਰਚਲਿਤ ਕੀਤਾ ਹੈ। ਸੋ ਗੁਰੂ ਪਿਆਰਿਓ, ਜਦ ਪੂਰਨ ਗੁਰਮਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਅੰਮ੍ਰਿਤ ਅਮਲਾਖੀ ਦੀ ਵੀ ਪੂਰੀ ਪਰਖ ਸੋਧ ਹੁੰਦੀ ਹੈ ਤੇ ਕਲਗੀਧਰ ਪਿਤਾ ਜੀ ਅੰਮ੍ਰਿਤ ਵਿੱਚ ਵਰਤ ਕੇ ਇਹੋ ਜਿਹੀ ਕਲਾ ਵਰਤਾਉਂਦੇ ਨੇ ਕਿ ਉਸ ਕਲਾ ਦਾ ਵਰਣਨ ਸ਼ਬਦਾਂ ਵਿੱਚ ਕਰਨਾ ਤਾਂ ਬਹੁਤ ਹੀ ਅਸੰਭਵ ਹੈ। ਸਿਰਫ ਉਦਾਹਰਣ ਵਜੋਂ ਆਪ ਜੀ ਨੂੰ ਇੱਕ ਉਦਾਹਰਣ ਦਿੰਦਾ ਹਾਂ। ਜਦ ਅੰਮ੍ਰਿਤ ਸੰਚਾਰ ਪੂਰਨ ਗੁਰਮਤ ਵਿਧੀ ਅਨੁਸਾਰ ਹੁੰਦਾ ਹੈ ਤੇ ਉਹ ਕੀ ਕਲਾ ਵਰਤਾ ਸਕਦਾ ਹੈ। ਇਹ ਸਾਖੀ ਰੰਗਲੇ ਸੱਜਣ ਪੁਸਤਕ ਵਿੱਚ ਭਾਈ ਗੁਰਬਖਸ਼ ਸਿੰਘ ਜੀ ਕਮਾਲਪੁਰੀਆ ਵਾਲੇ ਚੈਪਟਰ ਵਿੱਚ ਹੈਗੀ, ਜਿਹਦੇ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ ਕਿ ਅੰਮ੍ਰਿਤ ਸੰਚਾਰ ਆਰੰਭ ਹੋ ਗਿਆ। ਵੀਰ ਗੁਰਬਖਸ਼ ਸਿੰਘ ਜੀ ਨੇ ਪਹਿਲਾਂ ਹੀ ਅੰਮ੍ਰਿਤ ਦਾ ਚੁੱਲ੍ਹਾ ਛਕਿਆ ਸੀ ਕਿ ਉਹ ਇੱਕਦਮ ਲੋਟ-ਪੋਟ ਦਸ਼ਾ ਵਿੱਚ ਅਲਮਸਤ ਹੋ ਗਏ। ਵੀਰ ਦੇ ਨੇਤਰਾਂ ਅੰਦਰ ਪਹਿਲਾਂ ਹੀ ਅੰਮ੍ਰਿਤ ਦਾ ਛੱਟਾ ਵੱਜਿਆ ਸੀ ਕਿ ਅੱਖੀਆਂ ਟਟਾਰੇ ਜਾ ਲੱਗੀਆਂ। 10ਵੇਂ ਦੁਆਰ ਵਿਖੇ ਅੰਮ੍ਰਿਤ ਅੰਜਲੀਆਂ ਦੇ ਸੰਚਾਰ ਹੋਣ ਸਾਰ ਹੀ ਉਸ ਦੇ ਕਪਾਟ ਖੁੱਲ ਗਏ। ਗੁਰ ਦੀਖਿਆ ਦਜੋਂ 5 ਪਿਆਰਿਆਂ ਦੁਆਰਾ ਮਿਲੀ ਤਾਂ ਉਸ ਵੀਰ ਨੂੰ ਕੋਈ ਸੁਧ-ਬੁਧ ਨਾ ਰਹੀ। ਨਿਰੰਕਾਰੀ ਮੰਡਲਾਂ ਵਿੱਚ ਜਾ ਖੇਡੇ। ਉਸ ਵੀਰ ਦੇ ਚਿਹਰੇ ਤੇ ਜੋਤ ਝਲਕ ਝਲੀ ਨਾ ਜਾਏ। ਰੋਮ ਰੋਮ ਵਿਖੇ ਗੁਰਮਤਿ ਨਾਮ ਪ੍ਰਵੇਸ਼ ਹੋ ਗਿਆ। ਹਿਰਦੇ ਨਾਭੀ ਕਮਲ ਅੰਦਰ ਅੰਮ੍ਰਿਤੀਸ਼ਰ ਚਸ਼ਮਾ ਐਸਾ ਸਫੁਟ ਹੋਇਆ ਕਿ ਅੰਮਿਓ ਰਸਾਇਣੀ ਜਲਵਾ ਉਛਲ ਉਛਲ ਬਾਹਰ ਨੂੰ ਆਵੇ। ਪਿਆਰੇ ਗੁਰਬਖਸ਼ ਸਿੰਘ ਦੇ ਆਪ ਮੁਹਾਰੇ ਹੀ ਦੋਨੋਂ ਹੱਥ ਜੁੜ ਗਏ। ਐਸਾ ਪ੍ਰਤੀਤ ਹੋਵੇ ਕਿ ਅਜਰ ਨੂੰ ਜਰਨ ਦੀਆਂ ਅੰਤਰਗਤੀ ਬੇਨਤੀਆਂ ਹੋ ਰਹੀਆਂ ਹਨ। ਐਸਾ ਅਜਰ ਨੂੰ ਜਰਿਆ ਤੇ ਐਸਾ ਰਸ ਗਟਾਕ ਪਿਆਲਾ ਪੀਤਾ ਕਿ ਅੰਦਰੇ ਅੰਦਰ ਹੀ ਘੁੱਟ ਘੁੱਟ ਕੇ ਗਟਾਕ ਰਸ ਪੀ ਜਾਣ ਤੇ ਪੀਵੀ ਜਾਣ ਤੇ ਕਿਸੇ ਨੂੰ ਲਖਾਉਣ ਨਹੀਂ। ਸੋ ਪਿਆਰਿਓ, ਇਸ ਪ੍ਰਕਾਰ ਆਤਮ ਅਵਸਥਾ ਬਣ ਜਾਂਦੀ ਹੈ ਜੇ ਪੂਰਨ ਗੁਰਮਤ ਵਿਧੀ ਅਨੁਸਾਰ। ਜੇ ਭਾਂਡਾ ਸਾਫ਼ ਹੋਵੇ, ਭਾਂਡਾ ਨਿਰਮਲ ਹੋਵੇ, 5 ਪਿਆਰੇ ਉਸ ਪ੍ਰਕਾਰ ਹੋਣ ਜਿਸ ਪ੍ਰਕਾਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੋਣ, ਉਸ ਪ੍ਰਕਾਰ ਦੇ 5 ਪਿਆਰਿਆਂ ਵਿੱਚ ਕਲਗੀਧਰ ਪਿਤਾ ਵਰਤ ਕੇ ਇਸ ਪ੍ਰਕਾਰ ਦੀ ਆਤਮ ਦਸ਼ਾ ਆਪਣੇ ਜਿਗਿਆਸੂ ਨੂੰ ਬਖਸ਼ਿਸ਼ ਕਰ ਦਿੰਦੇ ਨੇ। ਕਲਗੀਧਰ ਪਿਤਾ ਜੀ ਦਾ ਹੁਕਮ ਸੀਗਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਕਲਗੀਧਰ ਪਿਤਾ ਨੇ ਕਿਹਾ ਸੀਗਾ ਜਦ ਤੱਕ ਖਾਲਸਾ ਪੰਥ ਰਹਿਤ ਮਰਿਆਦਾ ਵਿੱਚ ਦ੍ਰਿੜ ਰਹੂਗਾ, ਗੁਰਮਤ ਦੇ ਅਸੂਲਾਂ ਨੂੰ ਇਨ ਬਿਨ ਕਮਾਊਗਾ, ਤਦ ਤੱਕ ਮੈਂ ਉਹਨਾਂ ਨੂੰ ਸਾਰੀ ਬਖਸ਼ਿਸ਼ਾਂ ਦੇਵਾਂਗਾ। ਉਹਨਾਂ ਕੋਲ ਰਾਜ ਭਾਗ ਰਹਿਣਗੇ, ਸਦਾ ਚੜ੍ਹਦੀ ਕਲਾ ਵਿੱਚ ਰਹਿਣਗੇ। ਪਰ ਜੇ ਉਹ ਗੁਰਮਤ ਦੀ ਮਰਿਆਦਾ ਤੋਂ ਡਿੱਗ ਜਾਣ, ਅੰਮ੍ਰਿਤ ਵੇਲਾ ਉੱਠਣਾ ਬੰਦ ਕਰ ਦੇਣ, ਨਾਮ ਜਪਣਾ ਬੰਦ ਕਰ ਦੇਣ, ਗੁਰਬਾਣੀ ਦਾ ਅਭਿਆਸ ਕਰਨਾ ਬੰਦ ਕਰ ਦੇਣ, ਪ੍ਰੇਮ ਸਤ ਸੰਤੋਖ ਧੀਰਜ ਦਾ ਜੀਵਨ ਬਣਾਉਣਾ ਛੱਡ ਦੇਣ, ਕਾਮ ਕ੍ਰੋਧ ਲੋਭ ਅਹੰਕਾਰ ਵਿੱਚ ਫਸ ਜਾਣ, ਗੁਰੂ ਦੀ ਮਰਿਆਦਾ ਨੂੰ ਭੁੱਲ ਜਾਣ, ਕੇਸ਼ ਨੂੰ ਰੰਗਣ ਲੱਗ ਪੈਣ, ਕੇਸ਼ਾਂ ਨੂੰ ਕਟਵਾਉਣ ਲੱਗ ਪੈਣ, ਥ੍ਰੈਡਿੰਗ ਕਰਨ ਲੱਗ ਪੈਣ, ਇਸ ਪ੍ਰਕਾਰ ਦੀ ਸਾਰੀ ਕੁਰੂਤੀਆਂ ਵਿੱਚ ਜਦ ਪੈਣ ਲੱਗ ਜਾਣਗੇ ਤੇ ਇਹਨਾਂ ਦਾ ਕੋਈ ਸਾਰ ਨਹੀਂ ਪੁੱਛੂਗਾ। ਮੈਂ ਵੀ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ, ਕਿਉਂਕਿ ਮੈਨੂੰ ਰਹਿਤ ਪਿਆਰੀ ਹੈ, ਮੈਨੂੰ ਡਿਸਿਪਲਿਨ ਪਿਆਰਾ ਹੈ, ਮੈਨੂੰ
ਮੈਨੂੰ ਮਰਿਆਦਾ ਪਿਆਰੀ ਹੈ, ਮੈਨੂੰ ਸਿੱਖ ਪਿਆਰਾ ਨਹੀਂ ਹੈ। ਇਹ ਕਲਗੀਧਰ ਪਿਤਾ ਦਾ ਹੁਕਮ ਸੀਗਾ ਤੇ ਉਹਨਾਂ ਦੀ ਬਖਸ਼ਿਸ਼ ਸੀਗੀ ਕਿ ਜੇ ਖਾਲਸਾ ਪੰਥ ਮੁੜ ਕੇ ਫਿਰ ਰਹਿਤ ਮਰਿਆਦਾ ਵਿੱਚ ਪੱਕਾ ਹੋ ਜਾਵੇ, ਗੁਰੂ ਦੀ ਮਰਿਆਦਾ ਨੂੰ ਇਨ ਬਿਨ ਕਰਕੇ ਮੰਨੇ ਕਮਾਵੇ, ਤਾਂ ਫਿਰ ਤੇਜ ਦਿਓ ਮੈਂ ਸਾਰਾ। ਗੁਰੂ ਕਲਗੀਧਰ ਪਿਤਾ ਆਪਣੀ ਬਖਸ਼ਿਸ਼ ਦਾ ਹੱਥ ਸਾਡੇ ਸਿਰ ਤੇ ਰੱਖਣਗੇ। ਤੇ ਪਿਆਰਿਓ, ਇਤਿਹਾਸ ਗਵਾਹ ਹੈ, ਸਾਰਾ ਕੁਝ ਬੰਦੇ ਦੇ ਪੱਲੇ ਹੋਵੇ ਪਰ ਗੁਰੂ ਦੀ ਕਿਰਪਾ ਨਾ ਹੋਵੇ ਤੇ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਪਰ ਜੇ ਬੰਦੇ ਦੇ ਕੋਲ ਕੁਝ ਵੀ ਨਾ ਹੋਵੇ ਪਰ ਕਲਗੀਧਰ ਪਿਤਾ ਦਾ ਹੱਥ ਸਿਰ ਤੇ ਹੋਵੇ ਤੇ ਉਹ ਦੁਨੀਆ ਦਾ ਸ਼ਹਿਨशाह ਬਣ ਜਾਂਦਾ ਹੈ। ਆਓ ਆਪਾਂ ਰਹਿਤ ਮਰਿਆਦਾ ਵਿੱਚ ਦ੍ਰਿੜ ਹੋਈਏ, ਨਾਮ ਦਾ ਅਖੰਡ ਅਭਿਆਸ ਕਰੀਏ, ਅੰਮ੍ਰਿਤ ਵੇਲੇ ਸਾਂਭੀਏ, ਸਾਰਿਆਂ ਨਾਲ ਪ੍ਰੇਮ ਕਰੀਏ, ਸ਼ੁਭ ਗੁਣਾਂ ਦੇ ਧਾਰਨੀ ਬਣੀਏ, ਗੁਰਮਤ ਦਾ ਸੱਚਾ ਸੁੱਚਾ ਪ੍ਰਚਾਰ ਕਰੀਏ। ਵੀਡੀਓ ਵਿੱਚ ਦਾਸ ਵੱਲੋਂ ਅਨੇਕ ਪ੍ਰਕਾਰ ਦੀਆਂ ਭੁੱਲ ਚੁੱਕਾਂ ਹੋਈਆਂ ਹੋਣਗੀਆਂ। ਦਾਸ ਨੂੰ ਛੋਟਾ ਜਿਹਾ ਬੱਚਾ ਸਮਝ ਕੇ ਮਾਫ ਕਰ ਲੈਣਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੋ ਗੱਲ, ਜਰਾ ਸੁਣ ਲਓ ਨਾਲ ਨਾਲ। ਸਰੋਵਰ ਦੇ ਵਿੱਚ ਗੱਲ ਸਮਝ ਲਿਓ ਪਹਿਲਾਂ। ਸਰੋਵਰ ਵਿੱਚ ਸਾਇੰਟੀਫਿਕ ਤਰੀਕੇ ਨਾਲ ਲਾਭ ਕੀ ਹੈ ਇਸ਼ਨਾਨ ਕਰਨ ਦਾ, ਵੀ ਜੇ ਸਾਇੰਸ ਕਵੇ ਵੀ ਇਹ ਪਾਣੀ 'ਚ ਕਿੱਦਾਂ ਇਸ਼ਨਾਨ ਕਰਦੇ ਨੇ ਸਾਰੇ ਭਜਨ ਵਾਲੇ, ਉਹਦੇ ਵਿੱਚ ਇਸ਼ਨਾਨ ਕਰਦੇ ਨੇ। ਉਸ ਵੇਲੇ ਚੰਗੀਆਂ ਵਾਈਬ੍ਰੇਸ਼ਨ ਉੱਥੇ ਤਰੰਗਾਂ ਇਦਾਂ ਦੀਆਂ ਨੇ, ਜਿਹੜਾ ਬੰਦਾ ਅੰਦਰ ਆਉਂਦਾ ਹੈ ਇੱਕਦਮ ਸ਼ਾਂਤ ਹੋ ਜਾਂਦਾ ਹੈ, ਸਭ ਭੁੱਲ ਜਾਂਦਾ ਘਰ-ਬਾਰ ਵੀ ਮੈਂ ਕਿੱਥੋਂ ਆਇਆ। ਜਦੋਂ ਇਸ਼ਨਾਨ ਕਰਦਾ ਹੈ ਸਿਮਰਨ ਵਾਲਾ, ਬੰਦਗੀ ਵਾਲੇ ਪਤਾ ਹੀ ਨਹੀਂ ਉਹਦੇ ਵਿੱਚ ਕਿੰਨੇ ਨਹਾ ਕੇ ਜਾਂਦੇ ਨੇ, ਉਹਨਾਂ ਦੀ ਊਰਜਾ ਪਾਣੀ ਵਿੱਚ ਮਿਲਦੀ ਹੈ। ਤੇ ਢਹਿੰਦੇ ਮਨ ਵਾਲਾ, ਟੈਨਸ਼ਨਾਂ ਦਾ ਭਰਿਆ ਹੋਇਆ ਬੰਦਾ ਜਦੋਂ ਉਸ ਸਰੋਵਰ ਵਿੱਚ ਡੁੱਬਾ ਲਾਉਂਦਾ ਹੈ, ਉਸ ਸਿਮਰਨ ਵਾਲਿਆਂ ਦੀ ਊਰਜਾ ਉਸ ਪਾਣੀ ਵਿੱਚ ਰਲ ਜਾਂਦੀ ਹੈ। ਜਦੋਂ ਉਹਦੇ ਵਿੱਚ ਇਸ਼ਨਾਨ ਕਰਦਾ ਤੇ ਇੱਕਦਮ ਤੰਦਰੁਸਤ ਹੋ ਜਾਂਦਾ। ਇਹ ਸਾਇੰਟੀਫਿਕ ਤਰੀਕੇ ਨਾਲ ਹੈ। ਇਹਨੂੰ ਸਾਇੰਸ ਵੀ ਮੰਨੇਗੀ ਵੀ ਪਾਣੀ ਵਿੱਚ ਊਰਜਾ ਫੈਲ ਗਈ।